ਹੈਲੋ ਐਂਡ ਵੈਲਕਮ ਟੂ ਦ YouTube ਚੈਨਲ ਲਰਨ ਵਿਦ ਹਰਵਿੰਦਰ ਸਰ। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ PSEB ਕਲਾਸ 10th ਇੰਗਲਿਸ਼ ਦਾ ਚੈਪਟਰ ਵੇਅਰ ਇਜ਼ ਸਾਇੰਸ ਟੇਕਿੰਗ ਅਸ ਇਸ ਦੀ ਲਾਈਨ ਬਾਈ ਲਾਈਨ ਰੀਡਿੰਗ, ਐਕਸਪਲੇਨੇਸ਼ਨ ਅਤੇ ਟ੍ਰਾਂਸਲੇਸ਼ਨ ਇਨ ਪੰਜਾਬੀ। ਦੋਸਤੋ, ਇਸ ਗੱਲ ਦਾ ਧਿਆਨ ਰੱਖੋ ਕਿ ਇਸ ਵੀਡੀਓ ਵਿੱਚ ਅਸੀਂ ਇਸ ਚੈਪਟਰ ਦੀ ਲਾਈਨ ਬਾਈ ਲਾਈਨ ਰੀਡਿੰਗ ਅਤੇ ਟ੍ਰਾਂਸਲੇਸ਼ਨ ਕੀਤੀ ਹੈ, ਪਰ ਜੇ ਆਪ ਸਾਰਿਆਂ ਨੇ ਸਾਡੇ ਨਾਲ ਇਸ ਚੈਪਟਰ ਦੇ ਕੁਐਸਚਨ ਆਨਸਰਸ ਕਰਨੇ ਹਨ ਤਾਂ ਅਸੀਂ ਉਸ ਦੀ ਅਲੱਗ ਤੋਂ ਵੀਡੀਓ ਬਣਾਈ ਹੈ, ਜਿਸ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਗਿਆ ਹੈ। ਤੇ ਇਸ ਪਾਠ ਦੀ ਪੂਰੀ ਤਰ੍ਹਾਂ ਤਿਆਰੀ ਦੇ ਲਈ ਆਪ ਸਾਰੇ ਵਿਦਿਆਰਥੀ ਉਸ ਵੀਡੀਓ ਨੂੰ ਵੀ ਜ਼ਰੂਰ ਦੇਖੋ। ਤੇ ਜੇ ਅਜੇ ਤੱਕ ਆਪ ਸਾਰਿਆਂ ਨੇ YouTube ਚੈਨਲ ਲਰਨ ਵਿਦ ਹਰਵਿੰਦਰ ਸਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਨਵੀਆਂ ਵੀਡੀਓਸ ਆਪ ਸਾਰਿਆਂ ਨੂੰ ਸਮੇਂ ਸਿਰ ਪ੍ਰਾਪਤ ਹੋ ਸਕਣ। ਆਓ ਸ਼ੁਰੂ ਕਰਦੇ ਹਾਂ। ਤੇ ਇਸ ਵਿੱਚ ਸਭ ਤੋਂ ਪਹਿਲਾਂ ਸਾਡੇ ਤੋਂ ਪੁੱਛਿਆ ਗਿਆ, ਇਫ ਦਾ ਏਮ ਆਫ ਸਾਇੰਸ ਇਜ਼ ਦਾ ਕਨਕੁਐਸਟ ਆਫ ਮੈਨਸ ਐਨਵਾਇਰਨਮੈਂਟ what should be its ultimate goal। ਤੇ ਇਸ ਦਾ ਅਰਥ ਹੈ ਕਿ ਜੇਕਰ ਵਿਗਿਆਨ ਦਾ ਉਦੇਸ਼ ਮਨੁੱਖ ਦੇ ਵਾਤਾਵਰਣ ਤੇ ਜਿੱਤ ਪ੍ਰਾਪਤ ਕਰਨਾ ਹੈ ਤਾਂ ਇਸ ਦਾ ਅੰਤਿਮ ਪੜਾਅ ਜਾਂ ਇਸ ਦਾ ਮੁੱਖ ਉਦੇਸ਼ ਕੀ ਹੋਣਾ ਚਾਹੀਦਾ। ਤੇ ਇਹ ਸਾਡੇ ਤੋਂ ਪੁੱਛਿਆ ਗਿਆ। ਤੇ ਸ਼ਾਰਟ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਪਾਠ ਵਿੱਚ ਸਾਡੇ ਤੋਂ ਇਹ ਪੁੱਛਿਆ ਗਿਆ ਕਿ ਵਿਗਿਆਨ ਦਾ ਸਾਇੰਸ ਦਾ ਮੁੱਖ ਉਦੇਸ਼ ਕੀ ਹੈ। ਤੇ ਜਦੋਂ ਅਸੀਂ ਚੈਪਟਰ ਨੂੰ ਰੀਡ ਕਰਾਂਗੇ, ਇਸ ਪਾਠ ਨੂੰ ਪੜਾਂਗੇ ਤਾਂ ਸਾਨੂੰ ਪਤਾ ਲੱਗ ਜਾਏਗਾ ਕਿ ਵਿਗਿਆਨ ਦਾ ਮੁੱਖ ਉਦੇਸ਼ ਕੀ ਹੋਣਾ ਚਾਹੀਦਾ। ਆਓ ਹੁਣ ਅਸੀਂ ਇਸ ਪਾਠ ਨੂੰ ਪੜ੍ਹਦੇ ਹਾਂ। When man first began to think, he asked himself the deepest of all questions, a question which you have undoubtedly asked yourself many times. What is the meaning of life? What is it all about? Where are we all going? What drives men ever forward to work and worry? ਤੇ ਇਸ ਦਾ ਅਰਥ ਹੈ ਕਿ ਜਦੋਂ ਮਨੁੱਖ ਨੇ ਪਹਿਲੀ ਵਾਰ ਸੋਚਣਾ ਸ਼ੁਰੂ ਕੀਤਾ ਤਾਂ ਉਸਨੇ ਸਭ ਪ੍ਰਸ਼ਨਾਂ ਤੋਂ ਜ਼ਿਆਦਾ ਗਹਿਰਾਈ ਵਾਲਾ ਇੱਕ ਪ੍ਰਸ਼ਨ ਆਪਣੇ ਆਪ ਤੋਂ ਪੁੱਛਿਆ, ਕਿ ਉਹ ਪ੍ਰਸ਼ਨ ਜੋ ਤੁਸੀਂ ਵੀ ਯਕੀਨਨ ਆਪਣੇ ਆਪ ਤੋਂ ਕਈ ਵਾਰੀ ਪੁੱਛਿਆ ਹੋਏਗਾ ਕਿ ਜੀਵਨ ਦਾ ਅਰਥ ਕੀ ਹੈ, ਲਾਈਫ ਦਾ ਕੀ ਅਰਥ ਹੈ, ਇਹ ਸਭ ਕਿਸ ਵਿਸ਼ੇ ਬਾਰੇ ਹੈ ਤੇ ਅਸੀਂ ਸਾਰੇ ਕਿੱਥੇ ਜਾ ਰਹੇ ਹਾਂ, ਕਿੱਧਰ ਜਾ ਰਹੇ ਹਾਂ, ਤੇ ਕਿਹੜੀਆਂ ਗੱਲਾਂ ਨੇ, ਕਿਹੜੀਆਂ ਚੀਜ਼ਾਂ ਨੇ ਮਨੁੱਖ ਨੂੰ ਹਮੇਸ਼ਾ ਅੱਗੇ ਵੱਧ ਕੇ ਕੰਮ ਕਰਨ ਅਤੇ ਚਿੰਤਾ ਕਰਨ ਲਈ ਪ੍ਰੇਰਿਤ ਕੀਤਾ ਹੈ। And now there's this other big question, a newer question which is beginning to force itself into our notice, one that is not ages old, that has not been with us since man first began to think. It is, where is science taking us? ਤੇ ਹੁਣ ਮਨੁੱਖ ਦੇ ਅੱਗੇ ਦੂਜਾ ਵੱਡਾ ਪ੍ਰਸ਼ਨ ਹੈ, ਤੇ ਇਹ ਜਿਹੜਾ ਵੱਡਾ ਪ੍ਰਸ਼ਨ ਹੈ ਜ਼ਿਆਦਾ ਪੁਰਾਣਾ ਨਹੀਂ ਹੈ, ਤੇ ਇਹ ਪ੍ਰਸ਼ਨ ਹੈ ਕਿ where is science taking us? ਵਿਗਿਆਨ ਸਾਨੂੰ ਕਿੱਥੇ ਲੈ ਕੇ ਜਾ ਰਿਹਾ ਹੈ। First, where is science taking us with regard to ethical and spiritual values? ਪਹਿਲੀ ਗੱਲ ਹੈ ਕਿ ਵਿਗਿਆਨ ਸਾਨੂੰ ਨੈਤਿਕ ਅਤੇ ਅਧਿਆਤਮਿਕ ਗੁਣਾਂ ਦੇ ਵਿਸ਼ੇ ਵਿੱਚ ਕਿੱਥੇ ਲੈ ਕੇ ਜਾ ਰਿਹਾ। We know what it is doing with regard to material things. For material things are its daily business. But what is it doing with regard to non-material things? ਤੇ ਸਾਨੂੰ ਇਹ ਪਤਾ ਕਿ ਮਟੀਰੀਅਲ ਥਿੰਗਸ, ਭੌਤਿਕ ਚੀਜ਼ਾਂ ਵਾਸਤੇ ਤੇ ਸਾਇੰਸ ਕੀ ਕਾਫੀ ਕੁਝ ਕਰ ਰਿਹਾ, ਵਿਗਿਆਨ ਕਾਫੀ ਕੁਝ ਕਰ ਰਿਹਾ। ਤੇ ਭੌਤਿਕ ਚੀਜ਼ਾਂ ਤੇ ਉਸਦੇ ਮਟੀਰੀਅਲ ਥਿੰਗਸ ਇਸਦੇ ਰੋਜ਼ ਦੇ ਕੰਮ ਹਨ, ਪਰ ਨਾਨ ਮਟੀਰੀਅਲ ਥਿੰਗਸ ਦੇ ਸੰਬੰਧ ਵਿੱਚ ਸਾਇੰਸ ਕੀ ਕਰ ਰਿਹਾ। If the answer were nothing at all, that would be bad enough, but the actual answer is less than nothing. ਤੇ ਜੇ ਇਸ ਦਾ ਉੱਤਰ ਹੁੰਦਾ, ਇਸ ਦਾ ਆਨਸਰ ਹੁੰਦਾ ਕਿ ਸਾਇੰਸ ਕੁਝ ਨਹੀਂ ਕਰਿਆ ਨਾਨ ਮਟੀਰੀਅਲ ਥਿੰਗਸ ਵਾਸਤੇ, ਤੇ ਇਹ ਬਹੁਤ ਹੀ ਖਰਾਬ ਗੱਲ ਹੁੰਦੀ। ਬਟ ਇਸ ਦਾ ਜਿਹੜਾ ਐਕਚੁਅਲ ਆਨਸਰ ਹੈ, ਅਸਲੀ ਉੱਤਰ ਹੈ, ਉਹ ਹੈ ਕਿ ਕੁਝ ਨਹੀਂ ਨਾਲੋਂ ਵੀ ਘੱਟ ਸਾਇੰਸ ਕਰ ਰਿਹਾ ਨਾਨ ਮਟੀਰੀਅਲ ਥਿੰਗਸ ਵਾਸਤੇ, ਕਿ ਸਾਇੰਸ ਇਜ਼ ਡੂਇੰਗ ਲੈਸ ਦੈਨ ਨਥਿੰਗ। ਹੇਅਰ ਸਾਇੰਸ ਇਜ਼ ਡੂਇੰਗ ਲੈਸ ਦੈਨ ਨਥਿੰਗ। ਤੇ ਅਸਲ ਵਿੱਚ ਸਾਇੰਸ ਕੁਝ ਨਹੀਂ ਨਾਲੋਂ ਵੀ ਘੱਟ ਕਰ ਰਿਹਾ। Its material teachings have been so over empathized. Empathize ਦਾ ਮਤਲਬ ਹੁੰਦਾ ਕਿ ਜ਼ਰੂਰਤ ਤੋਂ ਜ਼ਿਆਦਾ, ਲੋੜ ਤੋਂ ਜ਼ਿਆਦਾ ਮਹੱਤਵ ਦੇਣਾ ਕਿਸੇ ਚੀਜ਼ ਨੂੰ। That many people are floundering and wondering whether after all man is but a machine animated by forces over which he has no control. ਤੇ ਵਿਗਿਆਨ ਦੀ ਭੌਤਿਕ ਸਿੱਖਿਆਵਾਂ ਨੂੰ, ਮਟੀਰੀਅਲ ਟੀਚਿੰਗਸ ਨੂੰ ਇੰਨਾ ਜ਼ਿਆਦਾ ਵਜ਼ਨ ਦਿੱਤਾ ਜਾ ਰਿਹਾ ਹੈ ਕਿ ਕਈ ਲੋਕ ਭਟਕਣ ਲੱਗ ਗਏ ਹਨ ਅਤੇ ਹੈਰਾਨ ਹੋ ਕੇ ਸੋਚ ਰਹੇ ਹਨ ਕਿ ਆਖਿਰ ਕਿ ਮਨੁੱਖ ਕੇਵਲ ਇੱਕ ਮਸ਼ੀਨ ਹੈ ਜੋ ਅਜਿਹੀ ਸ਼ਕਤੀਆਂ ਨਾਲ ਸੰਚਾਲਿਤ ਹੈ ਜਿਨ੍ਹਾਂ ਤੇ ਉਸਦਾ ਕੋਈ ਕਾਬੂ ਹੀ ਨਹੀਂ ਹੈ। Let's concentrate on material things, the things that form the very stronghold of science. Look at the machine, for instance. ਤੇ ਹੁਣ ਅਸੀਂ ਭੌਤਿਕ ਚੀਜ਼ਾਂ 'ਤੇ ਧਿਆਨ ਦਿੰਦੇ ਹਾਂ ਕਿ ਉਹ ਚੀਜ਼ਾਂ ਜੋ ਵਿਗਿਆਨ ਦਾ ਕੇਂਦਰ ਹਨ। ਤੇ ਉਦਾਹਰਨ ਦੇ ਲਈ ਤੁਸੀਂ ਮਸ਼ੀਨ ਨੂੰ ਦੇਖੋ। This is the age of machine. Machines are everywhere, in the fields, in the factory, in the home, in the street, in the city, in the town, in the country, everywhere. ਤੇ ਇਹ ਜਿਹੜਾ ਯੁੱਗ ਹੈ, ਅੱਜ ਦਾ ਯੁੱਗ ਹੈ, ਮਸ਼ੀਨ ਦਾ ਯੁੱਗ ਹੈ। ਤਾਂ ਮਸ਼ੀਨਾਂ ਹਰ ਪਾਸੇ ਹੀ ਹਨ, ਖੇਤਾਂ ਵਿੱਚ ਹਨ, ਫੈਕਟਰੀਆਂ ਵਿੱਚ ਹਨ, ਘਰਾਂ ਵਿੱਚ ਹਨ, ਗਲੀਆਂ ਵਿੱਚ ਹਨ, ਸ਼ਹਿਰਾਂ ਵਿੱਚ ਹਨ, ਦੇਸ਼ ਵਿੱਚ ਹਨ, ਹਰ ਪਾਸੇ ਮਸ਼ੀਨਾਂ ਹੀ ਮਸ਼ੀਨਾਂ ਹਨ। To fly, it is not necessary to have wings. There are machines.
To swim under the sea, it is not necessary to have gills. There are machines. To kill our fellow man in overwhelming numbers, there are machines. ਤੇ ਅੱਜ ਦਾ ਮਸ਼ੀਨੀ ਯੁੱਗ ਹੈ। ਇਸ ਗੱਲ ਦਾ ਪਤਾ ਸਾਨੂੰ ਇਸ ਤੋਂ ਵੀ ਲੱਗਦਾ ਕਿ ਅੱਜ ਜੇ ਸਾਨੂੰ ਉੱਡਣਾ ਹੋਏ ਤਾਂ ਸਾਨੂੰ ਖੰਭਾਂ ਦੀ ਲੋੜ ਨਹੀਂ ਹੈ, ਮਸ਼ੀਨਾਂ ਹੀ ਹਨ ਉੱਡਣ ਵਾਸਤੇ ਵੀ। ਜੇ ਸਾਨੂੰ ਸਵਿਮਿੰਗ ਕਰਨੀ ਹੈ, ਤੈਰਨਾ ਹੈ, ਤਾਂ ਉਸ ਲਈ ਸਾਡੇ ਕੋਲ ਗਿਲਸ ਦਾ ਹੋਣਾ ਜ਼ਰੂਰੀ ਨਹੀਂ ਹੈ, ਅਸੀਂ ਮਸ਼ੀਨਾਂ ਦੁਆਰਾ ਵੀ ਤੈਰ ਸਕਦੇ ਹਾਂ। ਤੇ ਅੱਜ ਕੱਲ੍ਹ ਤੇ ਸਾਥੀ ਜੀਵਾਂ ਨੂੰ ਭਾਰੀ ਗਿਣਤੀ ਵਿੱਚ ਮਾਰਨ ਲਈ ਵੀ ਮਸ਼ੀਨਾਂ ਹਨ। Petrol machines alone provide 10 times more power than all human beings in the world. ਤੇ ਪੈਟਰੋਲ ਦੀਆਂ ਮਸ਼ੀਨਾਂ ਮਨੁੱਖਾਂ ਨਾਲੋਂ 10 ਗੁਣਾ ਜ਼ਿਆਦਾ ਸ਼ਕਤੀਸ਼ਾਲੀ ਹਨ। In the busiest countries, each individual has 600 human slaves in machine. ਕਿ ਵਿਕਸਿਤ ਦੇਸ਼ਾਂ ਵਿੱਚ ਹਰ ਬੰਦੇ ਕੋਲ 600 ਤਰ੍ਹਾਂ ਦੀਆਂ ਮਸ਼ੀਨਾਂ ਹਨ। ਮੀਨਸ ਕਿ 600 ਤਰ੍ਹਾਂ ਦੇ ਗੁਲਾਮ ਹਨ ਮਸ਼ੀਨਾਂ ਦੇ ਰੂਪ ਵਿੱਚ, ਜਿਸ ਦਾ ਅਰਥ ਹੈ ਕਿ ਹਰ ਬੰਦਾ 600 ਤਰ੍ਹਾਂ ਦੀ ਮਸ਼ੀਨਾਂ ਦਾ ਯੂਜ਼ ਕਰਦਾ ਵਿਕਸਿਤ ਦੇਸ਼ਾਂ ਵਿੱਚ। What are the consequences of this abnormal power? Abnormal power मतलब कि ਅਸਾਧਾਰਨ ਸ਼ਕਤੀ। ਵੀ ਇਸ ਅਸਾਧਾਰਨ ਸ਼ਕਤੀ, ਇਸ ਮਸ਼ੀਨਾਂ ਦੀ ਸ਼ਕਤੀ ਦੇ ਕੀ consequences ਹਨ, ਕੀ ਨਤੀਜੇ ਹਨ? Before the war, it looked as though it might be possible for the first time in history to provide food and clothing and shelter for the teeming population of the world. Every man, woman and child. Teeming ਦਾ ਅਰਥ ਹੁੰਦਾ ਕਾਫੀ ਜ਼ਿਆਦਾ, ਭਾਰੀ, ਵੱਧ। ਤੇ ਜੰਗ ਤੋਂ ਪਹਿਲਾਂ ਵੀ ਜਾਂ ਵਰਲਡ ਵਾਰ ਤੋਂ ਪਹਿਲਾਂ ਸਾਨੂੰ ਇਹ ਲੱਗਦਾ ਸੀਗਾ ਕਿ ਇਸ ਦੁਨੀਆ ਵਿੱਚ ਸਾਇੰਸ ਦੇ ਕਾਰਨ ਹਰ ਕਿਸੇ ਨੂੰ ਰੋਟੀ ਖਾਣ ਲਈ ਰੋਟੀ, ਕੱਪੜਾ ਅਤੇ ਰਹਿਣ ਲਈ ਮਕਾਨ ਮਿਲੂਗਾ। This would have been one of the greatest triumphs of science. Triumphs ਦਾ ਮਤਲਬ ਹੁੰਦਾ ਜਿੱਤ, ਵੀ ਇਹ ਸਾਇੰਸ ਦੀ ਸਭ ਤੋਂ ਵੱਡੀ ਜਿੱਤ ਹੁੰਦੀ। And yet, many a time, especially during the war, we have seen the world crammed full of food and people hungry. ਪਰ ਫਿਰ ਵੀ ਕਾਫੀ ਵਾਰ ਸਪੈਸ਼ਲੀ ਜੰਗ ਦੇ ਦਿਨਾਂ ਵਿੱਚ ਅਸੀਂ ਇਹ ਦੇਖਿਆ ਕਿ ਸੰਸਾਰ ਵਿੱਚ ਅੰਨ ਦਾ ਭੰਡਾਰ ਤੇ ਭਰਿਆ ਹੋਇਆ, ਅਨਾਜ ਦਾ ਭੰਡਾਰ ਤੇ ਹੈ, ਫਿਰ ਵੀ ਲੋਕ ਭੁੱਖੇ ਹਨ। For that's the way of science and the machine age. Science produces the goods, it makes the goods, but has no control over its consequences. Consequences ਦਾ ਅਰਥ ਹੁੰਦਾ ਨਤੀਜਾ। ਕਿਉਂਕਿ ਇਹੀ ਤਰੀਕਾ ਹੈ ਵਿਗਿਆਨ ਅਤੇ ਮਸ਼ੀਨੀ ਯੁੱਗ ਦਾ। ਵਿਗਿਆਨ ਚੀਜ਼ਾਂ ਦਾ ਉਤਪਾਦਨ ਤਾਂ ਕਰਦਾ ਹੈ, ਚੀਜ਼ਾਂ ਬਣਾਉਂਦਾ ਤਾਂ ਹੈ, ਪਰ ਨਤੀਜਿਆਂ ਤੇ consequences ਤੇ ਸਾਇੰਸ ਦਾ, ਵਿਗਿਆਨ ਦਾ ਕੋਈ ਕਾਬੂ ਨਹੀਂ ਹੈ। The machine age gives us year by year more hours of leisure, but it fails to teach us how to use them. ਕਿ ਜਿਹੜਾ ਮਸ਼ੀਨੀ ਯੁੱਗ ਹੈ ਸਾਨੂੰ ਸਾਲ ਦਰ ਸਾਲ ਆਰਾਮ ਦੇ ਲੈਜਰ ਦੇ ਜ਼ਿਆਦਾ ਤੋਂ ਜ਼ਿਆਦਾ ਘੰਟੇ ਪ੍ਰਦਾਨ ਤਾਂ ਕਰਦਾ ਹੈ, ਬਟ ਇਹਨਾਂ ਆਰਟਸ ਆਫ ਲੈਜਰ ਨੂੰ, ਇਹ ਆਰਾਮ ਦੇ ਘੰਟਿਆਂ ਨੂੰ ਕਿਸ ਤਰ੍ਹਾਂ ਅਸੀਂ ਯੂਜ਼ ਕਰਨਾ ਹੈ ਉਹ ਸਾਨੂੰ ਸਾਇੰਸ ਨਹੀਂ ਸਿਖਾਉਂਦਾ। It gives us mechanical habits of mind and represses the spirit of adventure, except along machine-made lines. ਤੇ represses ਦਾ ਅਰਥ ਹੁੰਦਾ ਦਬਾਣਾ। ਤੇ ਇਹ ਸਾਡੇ ਮਨ ਨੂੰ ਮਸ਼ੀਨੀ ਆਦਤਾਂ ਤਾਂ ਦਿੰਦਾ ਹੈ ਤੇ ਸਾਹਸ ਵਾਲੇ ਜੋਸ਼ ਨੂੰ ਦਬਾ ਦਿੰਦਾ ਹੈ, ਸਿਵਾਏ ਉਹਨਾਂ ਨੀਹਾਂ ਦੇ ਜਿਹੜੀਆਂ ਕਿ ਮਸ਼ੀਨੀ ਹਨ। We will need all our creative powers to think our way out of the social problems which science has created for us. ਸਾਨੂੰ ਆਪਣੀਆਂ ਸਿਰਜਨਾਤਮਕ ਸ਼ਕਤੀਆਂ ਦਾ ਪ੍ਰਯੋਗ ਕਰਦੇ ਹੋਏ ਸੋਚਣਾ ਹੋਏਗਾ ਕਿ ਅਸੀਂ ਉਹਨਾਂ ਸਮਾਜਿਕ ਸਮੱਸਿਆਵਾਂ ਤੋਂ ਕਿਸ ਤਰ੍ਹਾਂ ਬਾਹਰ ਨਿਕਲ ਸਕਦੇ ਹਾਂ ਜੋ ਵਿਗਿਆਨ ਨੇ, ਸਾਇੰਸ ਨੇ ਸਾਡੇ ਲਈ ਪੈਦਾ ਕੀਤੀਆਂ ਹਨ। It is science that has given us the unexpected redistribution of the age groups. Almost every year, some modern drug adds little more to the average span of life until the upper group is overcrowded. In the United States, for instance, there are already 9 million people over the age of 60. This talk was delivered around 1950s. In 15 years' time, the number will reach the astonishing figure of 45 million. Who is to keep them? It will need some readjustment. ਤੇ ਇੱਥੇ ਇਸ ਪੈਰੇ ਵਿੱਚ ਇਹ ਕਿਹਾ ਗਿਆ ਕਿ ਹਰ ਸਾਲ ਕੋਈ ਨਵੀਂ ਦਵਾਈ ਆਉਂਦੀ ਹੈ ਤੇ ਜਿਸ ਨਾਲ ਕੀ ਹੁੰਦਾ ਹੈ ਕਿ ਜਿਹੜਾ ਮਨੁੱਖ ਦਾ ਜਿਹੜਾ ਐਵਰੇਜ ਲਾਈਫ ਸਪੈਨ ਹੈ ਉਹ ਵੱਧ ਜਾਂਦਾ ਹੈ, ਜਿਸ ਕਾਰਨ ਵੱਡੀ ਉਮਰ ਦੇ ਲੋਕਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ। ਤੇ ਜੇ ਅਸੀਂ ਯੂਨਾਈਟਿਡ ਸਟੇਟਸ ਦੀ ਗੱਲ ਕਰੀਏ ਤੇ 9 ਮਿਲੀਅਨ ਲੋਕ ਤੇ 60 ਦੀ ਉਮਰ ਤੋਂ ਵੀ ਜ਼ਿਆਦਾ ਹਨ। ਤੇ 1950 ਦੇ ਕਰੀਬ ਦੀ ਗੱਲ ਹੈ ਤੇ ਇਹ ਕਿਹਾ ਗਿਆ ਕਿ 15 ਸਾਲਾਂ ਵਿੱਚ ਇਹ ਜਿਹੜਾ ਨੰਬਰ ਹੈ ਇਹ 45 ਮਿਲੀਅਨ ਤੱਕ ਹੋ ਜਾਏਗਾ। ਤੇ ਫਿਰ ਇੰਨੇ ਜ਼ਿਆਦਾ ਲੋਕਾਂ ਦਾ ਪਾਲਣ ਪੋਸ਼ਣ ਕੌਣ ਕਰੇਗਾ? ਤੇ ਇਸ ਵਿੱਚ ਸਾਨੂੰ ਕੁਝ ਨਵੇਂ ਪ੍ਰਬੰਧ, ਕੁਝ ਰੀਐਡਜਸਟਮੈਂਟ ਉਹ ਕਰਨੀ ਪਏਗੀ। ਐਂਡ ਸੋ ਸਾਇੰਸ ਗੋਜ਼ ਔਨ ਰੇਜ਼ਿੰਗ ਇਟਸ ਪ੍ਰੋਬਲਮ। ਤਾਂ ਇਸ ਤਰ੍ਹਾਂ ਵਿਗਿਆਨ ਆਪਣੀਆਂ ਸਮੱਸਿਆਵਾਂ ਨੂੰ ਪੈਦਾ ਕਰੀ ਜਾ ਰਿਹਾ, ਵਧਾਈ ਜਾ ਰਿਹਾ।
Compared with the fundamental question, what is life? These problems may seem to be of less importance, but they are not really so. ਤੇ ਸਾਡਾ ਫੰਡਾਮੈਂਟਲ ਕੁਐਸਚਨ ਕੀ ਸੀ, ਸਾਡਾ ਮੌਲਿਕ ਪ੍ਰਸ਼ਨ ਕੀ ਸੀ ਕਿ ਵਟ ਇਜ਼ ਲਾਈਫ, ਕੀ ਜ਼ਿੰਦਗੀ ਕੀ ਹੈ। ਤੇ ਉਸ ਪ੍ਰਸ਼ਨ ਦੇ ਸਾਹਮਣੇ ਇਹ ਜਿਹੜੀ ਸਮੱਸਿਆਵਾਂ ਹਨ ਜੋ ਕਿ ਸਾਇੰਸ ਨੇ ਕ੍ਰੀਏਟ ਕੀਤੀਆਂ ਹਨ, ਇਹ ਥੋੜ੍ਹੀਆਂ ਘੱਟ ਮਹੱਤਵਪੂਰਨ ਲੱਗਣ, ਪਰ ਅਜਿਹਾ ਨਹੀਂ ਹੈ। What is happening is that science is creating problems faster than they can be solved. ਤੇ ਅੱਜ ਕੱਲ੍ਹ ਵਿਗਿਆਨ ਹੈ, ਸਾਇੰਸ ਹੈ, ਜਿੰਨੀ ਤੇਜ਼ੀ ਨਾਲ ਸਮੱਸਿਆਵਾਂ ਪੈਦਾ ਕਰ ਰਿਹਾ ਹੈ, ਉਨੀ ਤੇਜ਼ੀ ਨਾਲ ਉਹਨਾਂ ਸਮੱਸਿਆਵਾਂ ਨੂੰ ਸੁਲਝਾਇਆ ਨਹੀਂ ਜਾ ਸਕਦਾ। Man is struggling in a sort of vicious circle, always striving to catch up and never getting nearer. ਤੇ vicious ਦਾ ਮਤਲਬ ਹੋ ਗਿਆ ਬੁਰਾਈ ਵਾਲਾ, ਕਿ ਜਿਹੜਾ ਮਨੁੱਖ ਹੈ ਉਹ ਇਸ ਤਰ੍ਹਾਂ ਦੇ ਬੁਰਾਈ ਵਾਲੇ ਚੱਕਰ ਵਿੱਚ ਸੰਘਰਸ਼ ਕਰ ਰਿਹਾ ਹੈ ਕਿ ਤੇ ਹਮੇਸ਼ਾ ਕੈਚਅਪ ਕਰਨ ਦੀ ਕੋਸ਼ਿਸ਼ ਕਰ ਰਿਹਾ, ਬਟ ਕਦੇ ਉਸ ਦੇ ਨੇੜੇ ਨਹੀਂ ਪਹੁੰਚ ਰਿਹਾ। ਐਂਡ ਦੇਰ ਆਰ ਨੋ ਸਾਈਨਸ ਦੈਟ ਦ ਗਲਟ ਆਫ ਡਿਸਕਵਰੀਜ਼ ਇਜ਼ ਕਮਿੰਗ ਟੂ ਐਨ ਐਂਡ। ਗਲਟ ਆਫ ਡਿਸਕਵਰੀਜ਼ ਮਤਲਬ ਕਿ ਅਵਿਸ਼ਕਾਰਾਂ ਦਾ ਭਰਮਾਰ, ਕਿ ਹੁਣ ਅੱਜ ਕੱਲ੍ਹ ਕੋਈ ਅਜਿਹਾ ਸਾਈਨ ਵੀ ਨਹੀਂ ਹੈ ਕਿ ਅਵਿਸ਼ਕਾਰਾਂ ਦਾ ਜਿਹੜਾ ਭਰਮਾਰ ਉਹ ਘੱਟ ਹੋ ਜਾਏਗਾ, ਕਿ ਨਵੀਆਂ ਅਵਿਸ਼ਕਾਰਾਂ ਬੰਦ ਹੋ ਜਾਣਗੇ, ਇਸ ਦਾ ਕੋਈ ਸਾਈਨ ਵੀ ਨਹੀਂ ਹੈ। War is the worst example. Science has pushed it so far forward that ethics and morals are floundering hopelessly behind. ਤੇ ਇਸ ਦੀ ਸਭ ਤੋਂ ਬੁਰੀ ਉਦਾਹਰਣ ਹੈ ਵਾਰ, ਯੁੱਧ, ਜੰਗ। ਤੇ ਵਿਗਿਆਨ ਨੇ, ਸਾਇੰਸ ਨੇ ਸਾਨੂੰ ਇਸ ਤਰ੍ਹਾਂ ਅੱਗੇ ਧੱਕ ਦਿੱਤਾ ਹੈ ਕਿ ਨੀਤੀ ਸ਼ਾਸਤਰ ਅਤੇ ਨੈਤਿਕਤਾ, ਕਿ ਇਹ ਐਥਿਕਸ ਅਤੇ ਮੋਰਲਸ ਹੈ, ਉਹ ਬੇਬਸ ਨਜ਼ਰ ਆਉਂਦੇ ਹੋਏ ਪਿੱਛੇ ਰਹਿ ਗਏ ਹਨ। It makes one sometimes ask, what is science really after? What are its aims? What is its goal? ਤੇ ਇਸ ਕਾਰਨ ਕਦੀ ਕਦੀ ਜਿਹੜਾ ਮਨੁੱਖ ਹੈ ਆਪਣੇ ਆਪ ਨੂੰ ਪੁੱਛਦਾ ਹੈ ਕਿ ਵਿਗਿਆਨ ਅਸਲ ਵਿੱਚ ਕੀ ਕਰਨਾ ਚਾਹੁੰਦਾ ਹੈ, ਕਿ ਵਿਗਿਆਨ ਦਾ, ਸਾਇੰਸ ਦਾ ਕੀ ਏਮ ਹੈ, ਕੀ ਉਦੇਸ਼ ਹੈ, ਤੇ ਸਾਇੰਸ ਦਾ ਕੀ ਗੋਲ ਹੈ, ਇਸ ਦਾ ਅੰਤਿਮ ਟੀਚਾ, ਮੁੱਖ ਉਦੇਸ਼ ਜਾਂ ਗੋਲ ਹੈ ਉਹ ਕੀ ਹੈ। ਇਟਸ ਏਮਸ ਸੀਮ ਟੂ ਬੀ ਓਬਵੀਅਸ, ਕਿ ਇਸ ਦੇ ਜਿਹੜੇ ਗੋਲਸ ਨੇ, ਏਮਸ ਨੇ, ਉਹ ਵੀ ਸਪਸ਼ਟ ਹੀ ਜਾਪਦੇ ਹਨ। ਦੇ ਆਰ ਮਟੀਰੀਅਲ ਆਫ ਕੋਰਸ, ਤੇ ਇਹ ਤੇ ਭੌਤਿਕ ਹੀ ਹਨ। ਵਨ ਏਮ ਇਜ਼ ਕੰਪਲੀਟ ਅੰਡਰਸਟੈਂਡਿੰਗ, indeed the conquest of man's environment, the conquest of everything material, big or small, bringing all powers within man's reach. ਤੇ ਇਸ ਦਾ ਇੱਕ ਤੇ ਉਦੇਸ਼ ਹੈ ਕਿ ਪੂਰੀ ਸਮਝ, ਕਿ ਪੂਰੀ ਜਿੱਤ, ਵਾਤਾਵਰਨ ਉੱਤੇ ਜਿੱਤ, ਭੌਤਿਕ ਚੀਜ਼ਾਂ ਤੇ ਜਿੱਤ, ਵੱਡੀ ਤੇ ਛੋਟੀ ਚੀਜ਼ਾਂ ਤੇ ਜਿੱਤ, ਤੇ ਸਾਰੀਆਂ ਸ਼ਕਤੀਆਂ ਨੂੰ, ਸਾਰੀਆਂ ਪਾਵਰਸ ਨੂੰ ਮਨੁੱਖ ਦੀ ਪਹੁੰਚ ਦੇ ਅੰਦਰ ਲੈ ਕੇ ਆਣਾ। The other aim is understanding of all the mysteries that lie within the human body, the material mysteries, the innumerable chemical and physical actions that make the body work. ਤੇ ਸਾਇੰਸ ਦਾ ਜਿਹੜਾ ਦੂਜਾ ਏਮ ਹੈ ਉਹ ਇਹ ਸਮਝਣਾ ਕਿ ਹਿਊਮਨ ਬੋਡੀ ਦੇ ਅੰਦਰ ਕਿਹੜੇ ਰਹੱਸ ਹਨ, ਕਿ ਮਨੁੱਖ ਦੀ ਬੋਡੀ ਦੇ ਅੰਦਰ ਕਿਹੜੀਆਂ ਅਣਗਿਣਤ ਰਸਾਇਣਿਕ ਤੇ ਸਰੀਰਕ ਕਿਰਿਆਵਾਂ ਹਨ ਜੋ ਸਰੀਰ ਨੂੰ ਚਲਾਉਣ ਵਿੱਚ ਮਦਦ ਕਰਦੀਆਂ ਹਨ। If these are the apparent aims of science, surely they cannot represent the ultimate goal. ਤੇ ਸਾਇੰਸ ਦੇ ਸਪਸ਼ਟ ਉਦੇਸ਼ ਤੇ ਹੋ ਸਕਦੇ ਨੇ, ਪਰ ਸਾਇੰਸ ਦਾ ਅਲਟੀਮੇਟ ਗੋਲ, ਮੁੱਖ ਉਦੇਸ਼ ਜਾਂ ਆਖਰੀ ਟੀਚਾ ਨਹੀਂ ਹੋ ਸਕਦੇ। ਤੇ ਆਖਰੀ ਟੀਚਾ ਕੀ ਹੋ ਸਕਦਾ ਹੈ? The ultimate goal, if there is such a thing, must be the understanding of everything that makes life worthwhile, the enrichment of all that life means. ਤੇ ਅੰਤਿਮ ਟੀਚਾ ਕੀ ਹੈ, ਮੁੱਖ ਉਦੇਸ਼ ਕੀ ਹੈ? ਉਹਨਾਂ ਚੀਜ਼ਾਂ ਨੂੰ ਸਮਝਣਾ, ਉਹਨਾਂ ਗੱਲਾਂ ਨੂੰ ਸਮਝਣਾ ਜੋ ਜੀਵਨ ਨੂੰ ਵਰਥਵਾਈਲ, ਲਾਈਫ ਨੂੰ ਵਰਥਵਾਈਲ, ਜੀਵਨ ਨੂੰ ਸਾਰਥਕ ਬਣਾਉਂਦੀਆਂ ਹਨ। That goes beyond material things, for man needs more than food and shelter and clothing and the understanding of what goes within his stomach. ਤੇ ਇਸ ਗੱਲ ਨੂੰ ਸਮਝਣਾ ਭੌਤਿਕ ਰੂਪ ਤੋਂ ਚੀਜ਼ਾਂ ਤੋਂ ਦੂਰ ਦੀ ਗੱਲ ਹੈ, ਕਿਉਂਕਿ ਮਨੁੱਖ ਨੂੰ ਰੋਟੀ, ਕੱਪੜਾ ਤੇ ਮਕਾਨ ਤੋਂ ਕੁਝ ਹੋਰ ਵੀ ਚਾਹੀਦਾ ਹੈ। ਤੇ ਐਸੀ ਗੱਲਾਂ ਤੋਂ ਇਲਾਵਾ ਸਾਨੂੰ ਇਸ ਗੱਲ ਤੋਂ ਵੀ ਅੱਗੇ ਸਮਝ ਚਾਹੀਦੀ ਹੈ ਕਿ ਮਨੁੱਖ ਦੇ ਢਿੱਡ ਦੇ ਅੰਦਰ ਕੀ ਜਾ ਰਿਹਾ ਹੈ, ਕਿ ਸਾਨੂੰ ਕੁਝ ਹੋਰ ਵੀ ਸਮਝਣਾ ਚਾਹੀਦਾ ਹੈ। What is really needed in the world today, perhaps more than ever before, is not some new world-shattering discovery in nuclear physics or some breathtaking discovery in chemistry or medicine. The advance for which the world is waiting beyond any doubt is a small advance, a slight advance in charity, understanding, forbearance, tolerance, justice and mercy. That is what the world is waiting for, and waiting rather anxiously. ਤੇ ਸਾਇੰਸ ਵਿੱਚ, ਨਿਊਕਲੀਅਰ ਫਿਜ਼ਿਕਸ ਵਿੱਚ ਸਾਨੂੰ ਕੋਈ ਨਵੀਂ ਡਿਸਕਵਰੀ ਤੋਂ ਵੀ ਜ਼ਿਆਦਾ, ਕੈਮਿਸਟਰੀ ਵਿੱਚ ਕਿਸੇ ਮੈਡੀਸਿਨ ਦੀ ਡਿਸਕਵਰੀ ਤੋਂ ਵੀ ਜ਼ਿਆਦਾ ਕਿਸ ਚੀਜ਼ ਦੀ ਨੀਡ ਹੈ? ਉਹ ਹੈ ਸਲਾਈਟ ਐਡਵਾਂਸ, ਥੋੜ੍ਹਾ ਜਿਹਾ ਵਾਧਾ। ਕਿਸ ਚੀਜ਼ ਵਿੱਚ? ਚੈਰਿਟੀ ਵਿੱਚ, ਦਾਨ ਪੁੰਨ ਵਿੱਚ, ਅੰਡਰਸਟੈਂਡਿੰਗ ਵਿੱਚ, ਸਮਝ ਵਿੱਚ, ਫੋਰਬੀਅਰੈਂਸ ਸਹਿਨਸ਼ੀਲਤਾ, ਟੋਲਰੈਂਸ ਸਹਿਨਸ਼ੀਲਤਾ।
ਜਸਟਿਸ ਨਿਆਂ ਤੇ ਮਰਸੀ ਮਾਫ ਕਰਨਾ ਜਾਂ ਦਇਆ ਭਾਵਨਾ ਤੇ ਇਹਨਾਂ ਦੀ ਜ਼ਿਆਦਾ ਨੀਡ ਹੈ ਸਾਨੂੰ। ਡੈਟ ਇਜ਼ ਵਟ ਵਰਲਡ ਇਜ਼ ਵੇਟਿੰਗ ਫॉर ਕਿ ਦੁਨੀਆ ਇਸ ਦਾ ਇੰਤਜ਼ਾਰ ਕਰ ਰਹੀ ਹੈ ਤੇ ਬੜੀ ਉਤਸੁਕਤਾ ਨਾਲ, ਵੈਰੀ ਐਂਸ਼ੀਅਸਲੀ। ਬਟ ਚੈਰਿਟੀ ਐਂਡ ਟੋਲਰੈਂਸ ਐਂਡ ਫॉरबीयरेंस ਐਂਡ ਦ ਅੰਡਰਸਟੈਂਡਿੰਗ ਆਫ ਵਨ ਅਨਦਰ ਆਰ ਨॉन ਮਟੀਰੀਅਲ ਮੈਟਰਸ, ਪਰ ਇਹ ਤੇ ਨॉन ਮਟੀਰੀਅਲ ਮੈਟਰਸ ਹਨ। And in the non-material things, in the simplest social things, science has been helpless. It cannot even help us to distinguish good from evil. ਤੇ non-material ਚੀਜ਼ਾਂ ਵਿੱਚ ਜਿਹੜੀ ਸਾਇੰਸ ਉਹ ਹੈਲਪਲੈਸ ਹੈ ਤੇ ਸਾਇੰਸ ਤੇ ਸਾਨੂੰ ਇਹ ਵੀ ਨਹੀਂ ਦੱਸ ਸਕਦੀ ਵੀ ਕਿਹੜੀ ਚੀਜ਼ ਵਧੀਆ ਤੇ ਕਿਹੜੀ ਚੀਜ਼ ਮਾੜੀ ਹੈ। Maybe this will not always be so, ਪਰ ਸ਼ਾਇਦ ਹਮੇਸ਼ਾ ਇਸ ਤਰ੍ਹਾਂ ਨਹੀਂ ਹੋਵੇਗਾ, ਨਹੀਂ ਰਹੇਗਾ ਇਸ ਤਰ੍ਹਾਂ ਹਮੇਸ਼ਾ। Who knows ਕਿ ਕਿਸ ਨੂੰ ਪਤਾ। It is quite probable that someday science will effect an improvement in the human brain itself, not a structural improvement. For in structure, the human brain is the greatest miracle of all. Its understanding will come last. But there might well be a functional improvement that is far from fantastic. The advances in science might one day well increase the capacity and reasoning power of the human brain. ਤੇ ਹੋ ਸਕਦਾ ਹੈ ਕਿ ਸ਼ਾਇਦ ਹਮੇਸ਼ਾ ਅਜਿਹਾ ਨਾ ਰਹੇ। ਹੋ ਸਕਦਾ ਹੈ ਕਿ ਸਾਇੰਸ ਕਦੇ ਦਿਮਾਗ ਵਿੱਚ ਵੀ ਇੰਪਰੂਵਮੈਂਟ ਕਰ ਲੇ, ਸਟਰਕਚਰਲ ਇੰਪਰੂਵਮੈਂਟ ਨਹੀਂ, ਕਿਉਂਕਿ ਹਿਊਮਨ ਬ੍ਰੇਨ ਦਾ ਜਿਹੜਾ ਸਟਰਕਚਰ ਹੈ ਵੈਸੇ ਹੀ ਗ੍ਰੇਟੈਸਟ ਮਿਰੇਕਲ ਹੈ, ਵੈਸੇ ਇੱਕ ਚਮਤਕਾਰ ਹੈ। ਬਟ ਹੋ ਸਕਦਾ ਹੈ ਕਿ ਸਾਇੰਸ ਕਦੇ ਬ੍ਰੇਨ ਵਿੱਚ ਫੰਕਸ਼ਨਲ ਇੰਪਰੂਵਮੈਂਟ ਕਰ ਲੇ ਤੇ ਫੰਕਸ਼ਨਲ ਇੰਪਰੂਵਮੈਂਟ ਨਾਲ ਬ੍ਰੇਨ ਦੀ ਰੀਜ਼ਨਿੰਗ ਪਾਵਰ ਹੈ ਤੇ ਕੈਪੈਸਿਟੀ ਉਹ ਵੱਧ ਜਾਵੇ। I should say there is little doubt that man will one day improve on the natural man, raise his intellectual status and give himself greater power of reasoning and understanding. He might have sufficient reason and understanding to abolish war. Whether that will be so, whether and when he will have a better understanding of his fellow man, that remains to be seen. ਤੇ ਇੱਥੇ ਲੇਖਕ ਇਹ ਕਹਿੰਦੇ ਹਨ ਕਿ ਹੋ ਸਕਦਾ ਬੰਦੇ ਦਾ ਕਦੇ ਇੰਟੈਲੈਕਚੁਅਲ ਸਟੇਟਸ ਜਿਹੜਾ ਉਸਦਾ ਬੌਧਿਕ ਪੱਧਰ ਹੈ ਉਹ ਉੱਠ ਜਾਵੇ, ਮੀਨਸ ਕਿ ਉਸ ਨੂੰ ਜ਼ਿਆਦਾ ਸਮਝ ਆ ਜਾਏ ਤੇ ਉਸ ਕੋਲ ਇੰਨੀ ਰੀਜ਼ਨਿੰਗ ਹੋ ਜਾਏ, ਇੰਨੀ ਅੰਡਰਸਟੈਂਡਿੰਗ ਹੋ ਜਾਏ ਤੇ ਇਸ ਗੱਲ ਦੀ ਵੀ ਸਮਝ ਆ ਜਾਏ ਕਿ ਜੰਗ ਹੈ ਉਹ ਨਹੀਂ ਹੋਣੀ ਚਾਹੀਦੀ। ਤੇ ਜਦੋਂ ਇੱਕ ਬੰਦੇ ਨੂੰ ਦੂਜੇ ਫੈਲੋ ਮੈਨ ਦੀ, ਦੂਜੇ ਬੰਦਿਆਂ ਦੀ ਚੰਗੀ ਤਰ੍ਹਾਂ ਸਮਝ ਆ ਜਾਏ ਤੇ ਇਹ ਕਦੋਂ ਹੋਏਗਾ, ਐਸੀ ਦੇਖਣਾ ਹਲੇ ਬਾਕੀ ਹੈ। It brings us back to the question, where is science taking us? ਤੇ ਹੁਣ ਅਸੀਂ ਉਸੇ ਕੁਐਸਚਨ ਤੇ ਵਾਪਸ ਆਉਂਦੇ ਹਾਂ ਕਿ ਵਿਗਿਆਨ ਸਾਨੂੰ ਕਿੱਥੇ ਲੈ ਕੇ ਜਾ ਰਿਹਾ। Despite the present vicissitudes, we are going somewhere. Vicissitudes ਹੁੰਦਾ ਉਤਾਰ ਚੜਾਵ, ਕਿ ਉਤਾਰ ਚੜਾਵਾਂ ਦੇ ਬਾਵਜੂਦ ਅਸੀਂ ਕਿਤੇ ਨਾ ਕਿਤੇ ਜਾ ਰਹੇ ਹਾਂ, ਕਿਸੇ ਪਾਸੇ ਜਾ ਰਹੇ ਹਾਂ। There are troublesome times ahead, ਕਿ ਆਉਣ ਵਾਲਾ ਸਮਾਂ ਮੁਸੀਬਤਾਂ ਨਾਲ ਭਰਿਆ। But those who fear the future are craven, cowardly in spirit, for life is becoming more and more interesting, intriguing and exciting. I wish I had another 100 years. ਪਰ ਜੋ ਲੋਕ ਆ ਭਵਿੱਖ ਤੋਂ ਡਰਦੇ ਹਨ ਉਹ ਆਤਮਾ ਤੋਂ ਹੀ ਡਰਪੋਕ ਹਨ, ਕਿਉਂਕਿ ਜਿਹੜਾ ਜੀਵਨ ਹੈ, ਲਾਈਫ ਹੈ, ਉਹ ਜ਼ਿਆਦਾ ਤੋਂ ਜ਼ਿਆਦਾ ਰੋਚਕ, ਜਟਿਲ ਅਤੇ ਰੋਮਾਂਚਿਤ ਹੈ। ਤੇ ਕਾਸ਼ ਮੇਰੇ ਕੋਲ 100 ਸਾਲ ਹੋਰ ਹੁੰਦੇ, ਕਾਸ਼ ਮੈਂ 100 ਸਾਲ ਹੋਰ ਜੀ ਸਕਦਾ। ਤੇ ਦੋਸਤੋ ਐਸੀ ਕਿ ਲਾਈਨ ਬਾਈ ਲਾਈਨ ਰੀਡਿੰਗ ਤੁਹਾਡੇ ਚੈਪਟਰ ਵੇਅਰ ਇਜ਼ ਸਾਇੰਸ ਟੇਕਿੰਗ ਅਸ ਦੀ, ਜਿਸ ਵਿੱਚ ਲੇਖਕ ਇਹ ਸਮਝਣ ਦੀ ਕੋਸ਼ਿਸ਼ ਕਰਦਾ ਕਿ ਜਿਹੜਾ ਵਿਗਿਆਨ ਹੈ ਸਾਨੂੰ ਕਿੱਥੇ ਲੈ ਕੇ ਜਾ ਰਿਹਾ ਤੇ ਸਾਇੰਸ ਦਾ, ਵਿਗਿਆਨ ਦਾ ਮੁੱਖ ਉਦੇਸ਼ ਕੀ ਹੋਣਾ ਚਾਹੀਦਾ ਹੈ। ਤੇ ਇਸ ਵਿੱਚ ਸਾਨੂੰ ਇਹ ਦੱਸੇਗਾ ਕਿ ਸਾਇੰਸ ਨੇ ਮਟੀਰੀਅਲ ਥਿੰਗਸ ਵਾਸਤੇ ਤੇ ਕਾਫੀ ਕੁਝ ਕੀਤਾ, ਪਰ ਨॉन ਮਟੀਰੀਅਲ ਥਿੰਗਸ ਲਈ ਸਾਇੰਸ ਨੇ ਕੁਝ ਨਹੀਂ ਕੀਤਾ। ਤੇ ਜਿਹੜਾ ਸਾਇੰਸ ਦਾ ਅਲਟੀਮੇਟ ਏਮ ਉਹ ਕੀ ਹੋਣਾ ਚਾਹੀਦਾ, ਟੂ ਮੇਕ ਲਾਈਫ ਵਰਥਵਾਈਲ, ਕਿ ਸਾਇੰਸ ਦਾ ਮੁੱਖ ਉਦੇਸ਼ ਜੀਵਨ ਨੂੰ ਸਾਰਥਕ ਬਣਾਉਣਾ ਹੋਣਾ ਚਾਹੀਦਾ। ਤੇ ਐਂਡ ਵਿੱਚ ਲੇਖਕ ਆਪਟੀਮਿਸਟਿਕ ਵੀ ਹੈ ਤੇ ਲੇਖਕ ਪੋਜ਼ੀਟਿਵ ਸੋਚ ਰੱਖਦਾ। ਉਹ ਇਹ ਸੋਚ ਰੱਖਦਾ ਕਿ ਹੋ ਸਕਦਾ ਕਿ ਕਦੇ ਨਾ ਕਦੇ ਜਿਹੜੀ ਸਾਇੰਸ ਹੈ ਉਹ ਮਨੁੱਖ ਦਾ ਇੰਟੈਲੈਕਚੁਅਲ ਸਟੇਟਸ ਵਧਾ ਦੇਵੇ ਤੇ ਮਨੁੱਖ ਨੂੰ ਇਹ ਸਮਝ ਆ ਜਾਏ ਕਿ ਵਾਰ ਦਾ, ਜੰਗ ਦਾ ਕੋਈ ਫਾਇਦਾ ਨਹੀਂ ਹੈ ਤੇ ਇਹ ਦੇਖਣਾ ਕਿ ਉਹ ਦਿਨ ਕਦੋਂ ਆਊਗਾ। ਤੇ ਲੇਖਕ ਇਹ ਕਹਿੰਦਾ ਕਿ ਜਿਹੜੇ ਲੋਕ ਭਵਿੱਖ ਤੋਂ ਡਰਦੇ ਹਨ ਉਹ ਆਤਮਾ ਤੋਂ ਹੀ ਡਰਪੋਕ ਹੁੰਦੇ ਹਨ, ਪਰ ਜਿਹੜੀ ਲਾਈਫ ਹੈ ਉਹ ਬਹੁਤ ਜ਼ਿਆਦਾ ਰੋਚਕ, ਜਟਿਲ ਅਤੇ ਐਕਸਾਈਟਿੰਗ ਹੈ। ਇਸ ਕਰਕੇ ਕਾਸ਼ ਮੇਰੇ ਕੋਲ 100 ਸਾਲ ਹੋਰ ਹੁੰਦੇ ਆ।